ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਸ ਸ਼ਲੋਕ ਵਿੱਚ ਸਤਿਗੁਰ ਜੀ ਵਰਣਨ ਕਰਦੇ ਹਨ ਕਿ ਅਸੀਂ ਬਹੁਤ ਸਾਰੇ ਸ਼ਾਸਤਰ ਅਤੇ ਬਹੁਤ ਸਾਰੀਆਂ ਸਿਮਰਤੀਆਂ ਦਾ ਅਧਿਐਨ ਕੀਤਾ ਹੈ, ਭਾਵ ਉਹਨਾਂ ਨੂੰ ਖੋਜਿਆ ਹੈ। ਖੋਜਣ ਤੋਂ ਬਾਅਦ ਇਹੋ ਹੀ ਪਤਾ ਲੱਗਿਆ ਹੈ ਕਿ ਜਿਹੜਾ ਨਾਮ ਅਮੋਲ ਹੈ ਉਹਦੇ ਬਰਾਬਰ ਇਹ ਪਹੁੰਚ ਨਹੀਂ ਸਕਦੇ। ਇਹਨਾਂ ਦੇ ਨਾ ਉਸ ਜਗ੍ਹਾ 'ਤੇ ਪਹੁੰਚਣ ਦਾ ਕਾਰਨ ਹੈ ਕਿ ਇਹਨਾਂ ਵਿੱਚ ਤੱਤ ਗਿਆਨ ਨਹੀਂ ਹੈ, ਕਿਉਂਕਿ ਗੁਰਬਾਣੀ ਦਾ ਵਾਕ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਕਿ ਸਿਮਰਤ ਵੇਦ ਪੁਰਾਣ ਇਹ ਸਾਰੇ ਦਾ ਜਦੋਂ ਅਧਿਐਨ ਕਰਦਾ ਤਾਂ ਪਤਾ ਲੱਗਦਾ ਕਿ ਇਹਨਾਂ ਵਿੱਚ ਸਿਰਫ ਝੂਠੀਆਂ ਹੀ ਗੱਲਾਂ ਹੋਸ਼ੀਆਂ ਦਾ ਮਤਲਬ ਬਹੁਤ ਹੀ ਨੀਵੀਂ ਪੱਧਰ ਦਾ ਗਿਆਨ ਹੈ। ਅਤੇ ਇਸ ਕਰਕੇ ਇਹ ਜਿਹੜਾ ਹਰੀ ਦਾ ਨਾਮ ਹੈਗਾ, ਬ੍ਰਹਮ ਗਿਆਨ ਹੈ, ਨਿਰਾਕਾਰ ਦਾ ਗਿਆਨ ਹੈ, ਇਹਦੇ ਬਰਾਬਰ ਪਹੁੰਚ ਨਹੀਂ ਸਕਦੇ, ਕਿਉਂਕਿ ਇਹਨਾਂ ਵਿੱਚ ਤੱਤ ਗਿਆਨ ਨਹੀਂ ਹੈ। ਹੁਣ ਗੁਰਬਾਣੀ ਵਿੱਚ ਨਾਮ ਆਪਣੇ ਆਪੇ ਦੇ ਗਿਆਨ ਨੂੰ ਜਾਂ ਨਿਰਾਕਾਰੀ ਗਿਆਨ ਨੂੰ ਨਾਮ ਕਹਿੰਦੇ ਹਨ। ਜਿਵੇਂ ਕਿ ਗੁਰਬਾਣੀ ਦਾ ਵਾਕ ਹੈ, ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋਂ ਦੇ ਦ੍ਰਿੜਾਈ, ਭਾਵ ਕਿ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਉਸ ਨੂੰ ਗਿਆਨ ਕਿਹਾ ਹੈ। ਅਤੇ ਜੇ ਇਸ ਗਿਆਨ ਨੂੰ ਆਪਾਂ ਪਹਿਲਾਂ ਤਾਂ ਸਮਝ ਕੇ ਫਿਰ ਇਸ ਨੂੰ ਆਪਣੇ ਮਨ 'ਤੇ ਲਾਗੂ ਕਰਕੇ ਫਿਰ ਇਸ ਨੂੰ ਆਪਣੀ ਜੀਵਨੀ ਵਿੱਚ ਇਸ ਅਨੁਸਾਰ ਚੱਲੀਏ ਤਾਂ ਫਿਰ ਅੰਦਰੋਂ ਜਿਹੜਾ ਗਿਆਨ ਪ੍ਰਗਟ ਹੁੰਦਾ ਹੈ ਉਹਨੂੰ ਨਾਮ ਕਹਿੰਦੇ ਹਨ। ਜਿਵੇਂ ਕਿ ਗੁਰਬਾਣੀ ਦਾ ਇੱਕ ਹੋਰ ਵੀ ਗੁਰਵਾਕ ਹੈ, ਅੱਖਾਂ ਵਾਜੋਂ ਦੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੇਬਾਂ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਸੋ ਖਸਮੇ ਮਿਲਣਾ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤੀ ਵਿਖਿਆਨ। ਇੱਥੇ ਸਤਿਗੁਰੂ ਜੀ ਵਿਖਿਆਨ ਕਰਦੇ ਹਨ ਕਿ ਜਿੰਨੇ ਵੀ ਜਾਪ ਤਾਪ ਗਿਆਨ ਤੇ ਜਿਹੜੇ ਸਭ ਧਿਆਨ ਹਨ, ਸਿਮਰਤ ਸ਼ਾਸਤਰ ਵਿੱਚ ਜਿਹੜੇ ਲਿਖੇ ਗਏ ਹਨ ਜਾਂ 6 ਸ਼ਾਸਤਰਾਂ ਜਾਂ ਸਿਮਰਤੀਆਂ ਵਿੱਚ ਜਿਹੜੇ ਲਿਖੇ ਗਏ ਹਨ ਉਹਨਾਂ ਵਿੱਚ ਵਿਖਿਆਨ ਹੈ। ਇਹ ਸਾਰੇ ਹੀ ਜਾਪ ਤਾਪਾਂ ਵਿੱਚੋਂ ਜਾਂ ਗਿਆਨ ਜਾਂ ਇਹਨਾਂ ਧਿਆਨਾਂ ਵਿੱਚੋਂ ਕੁਛ ਵੀ ਸੱਚ ਦਾ ਗਿਆਨ ਨਹੀਂ ਹੈ, ਇਹ ਮਨਮਤ ਹੀ ਹੈ। ਜਿਵੇਂ ਕਿ ਜਪਜੀ ਸਾਹਿਬ ਵਿੱਚ ਵੀ ਆਉਂਦਾ, ਅਸੰਖ ਜਪ ਅਸੰਖ ਤਪ, ਵੀ ਜਿਹੜੇ ਅਸੰਖਾਂ ਇਹ ਜਪ ਜਿਹੜੇ ਆਪਣੀ ਮਨ ਦੀ ਮੱਤਾਂ ਦੁਆਰਾ ਬਣਾਏ ਗਏ ਹਨ, ਇਸ ਦੇ ਨਾਲ ਆਤਮਾ ਦੀ ਸਮਝ ਨਹੀਂ ਆ ਸਕਦੀ, ਬ੍ਰਹਮ ਦੀ ਸਮਝ ਨਹੀਂ ਆ ਸਕਦੀ। ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ। ਇਸ ਤਰ੍ਹਾਂ ਹੁਣ ਅੱਗੇ ਪਹਿਲਾਂ ਸਿਮਰਤ ਸ਼ਾਸਤਰ ਦੀ ਗੱਲ ਕੀਤੀ, ਹੁਣ ਗੱਲ ਕਰਦੇ ਹਾਂ ਕਿ ਯੋਗ ਅਭਿਆਸ ਦੇ ਜਿਹੜੇ ਯੋਗ ਆਸਣ ਹਨ ਜਾਂ ਹੋਰ ਧਰਮ ਉਹ ਰੇਚਕ ਪੂਰਕ ਹੋਰ ਇਸ ਤਰ੍ਹਾਂ ਦੀਆਂ ਕਿਰਿਆਵਾਂ ਯੋਗੀ ਕਰਦੇ ਹਨ। ਅਤੇ ਇਸ ਸੰਸਾਰ ਨੂੰ ਬਿਕ ਸਮਝ ਕੇ ਆਪਣਾ ਸਾਰਾ ਜੀਵਨ ਜੰਗਲਾਂ ਵਿੱਚ ਫਿਰ ਕੇ ਲਾ ਦਿੰਦੇ ਹਨ ਕਿ ਉੱਥੇ ਗਿਆਨ ਮਿਲ ਜਾਊਗਾ ਜਾਂ ਸੰਸਾਰ ਨੂੰ ਛੱਡਣ ਨਾਲ ਸਾਨੂੰ ਗਿਆਨ ਹੋ ਜਾਊਗਾ। ਇਸ ਤਰ੍ਹਾਂ ਉਹ ਧਿਆਨ ਲਾਉਂਦੇ ਹਨ, ਪਰ ਇਹਦੇ ਵਿੱਚੋਂ ਵੀ ਸਾਨੂੰ ਕੁਝ ਹਾਸਲ ਹੋਣ ਵਾਲਾ ਨਹੀਂ ਹੈ। ਇਸ ਲਈ ਸਾਨੂੰ ਇਹ ਦੱਸਦੇ ਹਨ ਕਿ ਇਹ ਜਿਹੜੀਆਂ ਯੋਗ ਅਭਿਆਸ ਦੇ ਕਰਮ ਜਾਂ ਧਰਮ ਕਿਰਿਆਵਾਂ ਹਨ ਜਾਂ ਜੰਗਲ ਵਿੱਚ ਤੁਰੇ ਫਿਰਨ ਦੇ ਨਾਲ ਗਿਆਨ ਹੋ ਜਾਏ, ਇਹ ਗੱਲ ਨੂੰ ਨਕਾਰਦੇ ਹਨ ਅਤੇ ਵਰਣਨ ਦੱਸਦੇ ਹਨ, ਸਾਨੂੰ ਉਪਦੇਸ਼ ਕਰਦੇ ਹਨ ਕਿ ਸਾਨੂੰ ਇਹਨਾਂ ਵਿੱਚ ਪੈਣ ਦੀ ਲੋੜ ਨਹੀਂ ਹੈ। ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਵਰ। ਅੱਗੇ ਵਿਖਿਆਨ ਕਰਦੇ ਹਨ ਕਿ ਅਨੇਕ ਪ੍ਰਕਾਰ ਭਾਵ ਅਨੇਕਾਂ ਹੀ ਤਰੀਕੇ ਅਪਣਾਉਂਦੇ ਹਨ, ਉਹਨਾਂ ਦਾ ਅਨੇਕਾਂ ਤਰੀਕਿਆਂ ਦੁਆਰਾ ਇਹ ਯਤਨ ਕਰਦੇ ਹਨ ਕਿ ਸਾਨੂੰ ਸੱਚ ਦੀ ਪ੍ਰਾਪਤੀ ਹੋ ਜਾਵੇ। ਇਸੇ ਤਰ੍ਹਾਂ ਅੱਗੇ ਪੁੰਨਦਾਨ ਹੋਮੇ ਵਰਤਨਾ, ਪੁੰਨਦਾਨ ਵੀ ਕਰਦੇ ਆ ਅਤੇ ਜੱਗ ਦੇ ਵਿੱਚ ਜਿਵੇਂ ਕਿ ਘਿਓ ਜਾਂ ਹੋਰ ਡਿਫਰੈਂਟ ਤਰੀਕਿਆਂ ਨਾਲ, ਜਿਵੇਂ ਗੈਂਡੇ ਦਾ ਮਾਸ ਜਾਂ ਆਪਣਾ ਘੋੜੇ ਦਾ ਜਾਂ ਹੋਰ ਇਸ ਤਰ੍ਹਾਂ ਦੇ ਮਾਸ ਹੋਮ ਕਰਦੇ ਸੀਗੇ ਕਿ ਜੱਗ ਕਰਨ ਦੇ ਨਾਲ ਸਾਨੂੰ ਗਿਆਨ ਹੋ ਜਾਊਗਾ। ਅੱਗੇ ਇਹਦੇ ਵਿੱਚ ਵੀ ਜਿਹੜੇ ਪੰਡਤ ਦੇ ਚਲਾਏ ਹੋਏ ਕੰਮ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਹਨ। ਸਰੀਰ ਘਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਵਪਾਤੀ। ਇਸੇ ਤਰ੍ਹਾਂ ਅੱਗੇ ਵਿਖਿਆਨ ਕਰਦੇ ਹਨ ਕਿ ਸਰੀਰ ਨੂੰ ਵੀ ਭਾਵ ਕਸ਼ਟ ਦਿੰਦੇ ਹਨ ਜਾਂ ਛੋਟਾ ਕੱਟ ਕੇ ਇਹ ਵੀ ਹੰਕਾਰ ਦੇ ਕਰਕੇ ਅਗਿਆਨਤਾ ਦੇ ਕਰਕੇ ਉਹ ਜੱਗ ਵਿੱਚ ਹੋਮ ਕਰ ਦਿੰਦੇ ਸੀ। ਇਸ ਤਰ੍ਹਾਂ ਵਰਤ ਤੇ ਨੇਮ
ਬਹੁਤ ਤਰੀਕਿਆਂ ਨਾਲ ਕਰੇ ਹੈਗੇ ਆ, ਪਰ ਇਹਦੇ ਨਾਲ ਵੀ ਕੋਈ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇਸ ਬੰਦ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਇਹ ਸਾਰੀਆਂ ਜਿਹੜੀਆਂ ਉੱਪਰ ਕਿਰਿਆਵਾਂ ਦੱਸੀਆਂ ਗਈਆਂ ਹਨ, ਉਹ ਸਾਰੀਆਂ ਜਿਹੜੀਆਂ ਹੈ ਰਾਮ ਨਾਮ ਭਾਵ ਬ੍ਰਹਮ ਗਿਆਨ, ਭਾਵ ਆਤਮਾ ਦੇ ਗਿਆਨ ਜਾਂ ਆਪਣੇ ਆਪੇ ਦੇ ਗਿਆਨ ਦੀ ਵਿਚਾਰ ਦੇ ਬਰਾਬਰ ਨਹੀਂ ਪਹੁੰਚ ਸਕਦੇ ਤੇ ਇਸ ਕਰਕੇ ਇਹਨਾਂ ਦੇ ਵਿੱਚ ਆਪਾਂ ਨੂੰ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੈ। ਨਾਨਕ ਗੁਰਮੁਖੀ ਨਾਮ ਜਪੀਏ ਇੱਕ ਵਾਰ। ਹੁਣ ਜਿਹੜਾ ਗੁਰਮੁਖੀ ਨਾਮ ਹੈਗਾ, ਉਹਨੂੰ ਇੱਕ ਵਾਰ ਹੀ ਸਮਝਣ ਦੀ ਲੋੜ ਹੁੰਦੀ ਹੈ। ਜਦੋਂ ਇੱਕ ਵਾਰ ਸਮਝ ਆ ਜਾਂਦੀ ਹੈ, ਫਿਰ ਉਹਨੂੰ ਵਾਰ-ਵਾਰ ਸਮਝਣ ਦੀ ਲੋੜ ਨਹੀਂ ਹੈ। ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਜਦੋਂ ਇੱਥੇ ਬਾਰ ਦੀ ਗੱਲ ਹੁੰਦੀ ਹੈ ਕਿ ਆਪਾਂ ਨੇ ਬਾਰ ਭਾਵ ਹਮੇਸ਼ਾ ਹੀ ਇਸ ਚੀਜ਼ ਵਿੱਚ ਧਿਆਨ ਰੱਖਣਾ ਕਿ ਜਿਹੜਾ ਉਪਦੇਸ਼ ਆਪਾਂ ਨੂੰ ਜਿਹੜੀ ਉਪਦੇਸ਼ ਵਿੱਚੋਂ ਸਮਝ ਆ ਰਹੀ ਹੈ ਕਿ ਸਹੀ ਹੈਗੀ ਹੈ। ਤਾਂ ਹੀ ਸੁਖਮਨੀ ਸਾਹਿਬ ਵਿੱਚ ਇੱਕ ਹੋਰ ਵਿਚਾਰ ਵੀ ਆਉਂਦਾ, ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ। ਭਾਵ ਕਿ ਇਹ ਗਿਆਨ ਬਹੁਤ ਬਰੀਕ ਹੈ, ਬੜਾ ਅਣਮੁੱਲ ਹੈ, ਬੜਾ ਔਖਾ ਹੈ ਸੰਸਾਰੀ ਬੁੱਧੀ ਲਈ ਸਮਝਣਾ, ਪਰ ਆਪਾਂ ਸਤਿਗੁਰ ਤੋਂ ਕਿਰਪਾ ਮੰਗਣੀ ਹੈ, ਜਿਸ ਦੇ ਨਾਲੇ ਸਾਨੂੰ ਹੌਲੀ ਸਮਝ ਆਉਣੀ ਹੈ। ਜਦੋਂ ਸਮਝ ਆ ਜਾਂਦੀ ਹੈ, ਫਿਰ ਇਹਨੂੰ ਵਾਰ ਸਮਝਣ ਦੀ ਲੋੜ ਨਹੀਂ ਆਉਂਦੀ। ਇਸ ਕਰਕੇ ਇੱਥੇ ਕਿਹਾ ਗਿਆ ਕਿ ਨਾਨਕ ਗੁਰਮੁਖ ਨਾਮ ਜਪੀਏ ਕਰ। ਜਿਹੜਾ ਗੁਰਮੁਖ ਭਗਤਾਂ ਨੇ ਉਹ ਸਿਰਫ ਨਾਮ ਨੂੰ ਇੱਕ ਵਾਰ ਹੀ ਜਪਦੇ, ਪਰ ਇੱਕ ਵਾਰ ਜਦੋਂ ਸਮਝ ਆ ਜਾਂਦੀ ਹੈ, ਫਿਰ ਇਹਨੂੰ ਮੁੜ ਕੇ ਜਪਾ ਜਾਪ ਸਮਝਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਫਿਰ ਇਹ ਜਪਾ ਜਾਪ ਬਣ ਜਾਂਦਾ ਹੈ। ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੇ। ਭਾਵ 9 ਖੰਡ ਜਿਵੇਂ ਜਿਹੜੇ ਸੰਸਾਰ ਨੇ ਮੰਨੇ ਹੋਏ ਹਨ, 9 ਖੰਡ ਪ੍ਰਿਥਵੀ ਮੰਨੀ ਹੋਈ ਆ, ਤੇ ਭਾਵੇਂ ਲੰਬੇ ਸਮੇਂ ਲਈ ਜਿਉਂਦਾ ਵੀ ਰਹੇ। ਮਹਾ ਉਦਾਸ ਭਾਵ ਤਪੀਸਰ ਬਣ ਜਾਵੇ। ਜਿਵੇਂ ਕਿ ਦੱਤਾਤਰੇय ਦੀ ਕਹਾਣੀ ਆਉਂਦੀ ਹੈਗੀ ਆ ਕਿ ਸਤੀ ਅਨਸੂਆ ਦਾ ਜਿਹੜਾ ਪੁੱਤਰ ਸੀ, ਉਹ ਬਹੁਤ ਮਹਾਦਾਸ ਸੀ, ਤਪੀਸਰ ਸੀਗਾ, ਜੰਗਲਾਂ ਵਿੱਚ ਫਿਰਦਾ ਸੀ, ਪਰ ਉਹਨੂੰ ਵੀ ਜਦੋਂ ਇਹ ਸਮਝ ਆਉਂਦੀ ਹੈ ਤਾਂ ਉਹਨੂੰ ਵੀ ਗਿਆਨ ਲੈਣ ਨੂੰ ਹੀ ਕਿਹਾ ਜਾਂਦਾ ਹੈ। ਅਗਨੀ ਮੈਂ ਹੋਮਤ ਪ੍ਰਾਨ, ਕਨਕ ਐਸਵ ਹੈਵਰ ਭੂਮਦਾਨ। ਜਿਵੇਂ ਕਿ ਜੱਗ ਦੇ ਵਿੱਚ, ਅਗਨੀ ਦੇ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਵੀ ਲੋਕ ਦਿੰਦੇ ਸੀਗੇ, ਅਤੇ ਸੋਨਾ, ਘੋੜੇ, ਹਾਥੀ ਅਤੇ ਭੂਮੀ ਦਾ ਦਾਨ ਵੀ ਕਰਦੇ ਸਨ। ਪਰ ਇਹਨਾਂ ਤਰੀਕਿਆਂ ਦੇ ਨਾਲ ਵੀ ਜਿਹੜਾ ਸੱਚ ਦੀ ਸਮਝ ਨਹੀਂ ਆ ਸਕਦੀ। ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਨਿਓਲੀ ਕਰਮ ਵੀ ਇਹ ਜਿਹੜੇ ਸੰਨਿਆਸੀ ਸੀਗੇ ਇਹ ਕਰਦੇ ਸੀਗੇ, ਤੇ ਜੈਨ ਮਾਰਗ ਦੇ ਹੋਰ ਸੰਜਮ ਅਤ ਸਾਧਨ। ਨਿਓਲੀ ਕਰਮ ਰੇਚਕ ਪੂਚਕ ਕਿਰਿਆਵਾਂ ਜਿਹੜੀਆਂ ਨੂੰ ਕਰਦੇ ਹਨ, ਜਿਵੇਂ ਨੇਤੀ ਧੋਤੀ ਕਹਿੰਦੇ, ਭਾਵ ਸਰੀਰ ਦੀ ਸਫਾਈ ਕਰਦੇ ਹਨ। ਤੇ ਜੈਨ ਮਾਰਗ ਦੇ ਜਿਹੜੇ ਸੰਜਮ ਦੇ ਸਾਧਨ ਹਨ, ਵੀ ਉਹਦੇ ਨਾਲ ਵੀ ਇਸ ਚੀਜ਼ ਦੀ ਸਮਝ ਨਹੀਂ ਆ ਸਕਦੀ। ਨਿਮਕ ਕਰ ਸਰੀਰ ਘਟਾਵੈ, ਤੋ ਵੀ ਹਉਮੈ ਮੈਲ ਨਾ ਜਾਵੇ। ਜੇ ਆਪਣੇ ਸਰੀਰ ਨੂੰ ਵੀ ਛੋਟਾ ਕਰਕੇ ਕੋਈ ਘਟਾ ਦੇਵੇ, ਤਾਂ ਵੀ ਜਿਹੜੀ ਹੰਕਾਰ ਦੀ ਮੈਲ ਉਹ ਨਹੀਂ ਜਾ ਸਕਦੀ, ਕਿਉਂਕਿ ਹੰਕਾਰ ਜਿਹੜਾ ਹੈਗਾ ਉਹ ਸਗਾ ਕਿ ਵੱਧ ਜਾਊਗਾ, ਕਿਉਂਕਿ ਉਸ ਨੂੰ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਮੈਂ ਬਹੁਤ ਤਪਸਵੀ ਹਾਂ, ਜਾਂ ਮੈਂ ਬਹੁਤ ਤਿਆਗੀ ਹਾਂ, ਕਿ ਮੈਂ ਆਪਣਾ ਸਰੀਰ ਵੀ ਕੱਟ ਕੇ ਪਾ ਰਿਹਾ ਹੈਗਾ, ਤਾਂ ਇਸ ਦੇ ਨਾਲ ਮੈਨੂੰ ਗਿਆਨ ਹੋ ਜੂ। ਇਹਦੇ ਨਾਲ ਗਿਆਨ ਨਹੀਂ ਹੋਣ ਵਾਲਾ, ਕਿਉਂਕਿ ਗੁਰਬਾਣੀ ਦਾ ਵਾਕ ਹੈ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਵਿਖਵੈਰ। ਸਿਰਫ ਗੁਣ ਗਾਉਣ ਦੇ ਨਾਲ ਹੀ ਹਉਮੈ ਦੀ ਮੈਲ ਜਾ ਸਕਦੀ ਹੈ। ਇਸੇ ਤਰ੍ਹਾਂ ਆਨੰਦ ਸਾਹਿਬ ਵਿੱਚ ਇੱਕ ਹੋਰ ਬਚਨ ਆਉਂਦਾ ਹੈ, ਮਨ ਧੋਵੋ ਸ਼ਬਦ ਲਾਗੋ, ਹਰ ਸੋ ਰੋ ਚਿਤ ਲਾਏ। ਭਾਵ ਜੇ ਮਨ ਨੂੰ ਧੋਣਾ ਹੈਗਾ ਤਾਂ ਗੁਰਬਾਣੀ ਦੀ ਕਸਵੱਟੀ ਲਾ ਕੇ ਧੋਇਆ ਜਾ ਸਕਦਾ ਹੈਗਾ, ਅਤੇ ਹੁਕਮ ਵਿੱਚ ਚੱਲਣ ਦੀ ਸ਼ਰਤ ਹੈ। ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਭਾਵ ਕਿ ਹਰੀ ਦੇ ਨਾਮ ਦੇ ਬਰਾਬਰ ਕੋਈ ਵੀ ਚੀਜ਼ ਨਹੀਂ ਹੈਗੀ। ਇਸ ਲਈ ਜਿਹੜਾ ਹੈਗਾ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਵਿੱਚ ਸਭ ਤੋਂ ਜਿਹੜਾ ਉੱਤਮ ਧਰਮ ਦਾ ਕਰਮ ਹੈ
ਉਹ ਹਰ ਦੇ ਨਾਮ ਨੂੰ ਸਮਝਣਾ ਹੈਗਾ, ਆਤਮਾ ਦੇ ਗਿਆਨ ਨੂੰ ਸਮਝਣਾ ਹੈਗਾ। ਨਾਨਕ ਗੁਰਮੁਖ, ਜਿਹੜੇ ਗੁਰਮੁਖ ਹੈਗੇ ਉਹ ਗੁਰਮੁਖੀ ਨਾਮ ਜਪਦੇ ਭਾਵ ਗੁਰਬਾਣੀ ਦੇ ਉਪਦੇਸ਼ ਨੂੰ ਪਹਿਲਾਂ ਸਮਝਦੇ ਹੈਗੇ ਆ, ਸਮਝ ਕੇ ਫਿਰ ਇਸ ਨੂੰ ਆਪਣੇ 'ਤੇ ਲਾਗੂ ਕਰਦੇ ਹਨ, ਲਾਗੂ ਕਰਕੇ ਉਹਦੇ ਅਨੁਸਾਰ ਚੱਲਦੇ ਹਨ ਅਤੇ ਇਸ ਤਰ੍ਹਾਂ ਉਹ ਗਤੀ ਪਾਉਂਦੇ ਹਨ, ਭਾਵ ਅੱਗੇ ਤੋਂ ਅੱਗੇ ਉਹਨਾਂ ਨੂੰ ਗਿਆਨ ਮਿਲਦਾ ਹੈ ਅਤੇ ਉਹ ਸੰਸਾਰ ਵਿੱਚੋਂ ਮੁਕਤ ਹੋ ਜਾਂਦੇ ਹਨ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹਟੈ। ਜੇ ਕੋਈ ਮਨ ਵਿੱਚ ਇਹ ਕਾਮਨਾ ਵੀ ਕਰ ਲਵੇ ਕਿ ਮੇਰਾ ਜਿਹੜਾ ਦੇਹ ਹੈਗੀ ਆ ਉਹ ਕਿਸੇ ਤੀਰਥ 'ਤੇ ਛੁੱਟ ਜਾਵੇ, ਇਸ ਤਰੀਕੇ ਨਾਲ, ਪਰ ਅੰਦਰੋਂ ਜਿਹੜਾ ਹੰਕਾਰ ਆ ਜਾਂ ਹੋਰ ਈਰਖਾ, ਦਵੈਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈਗਾ, ਉਹ ਤਾਂ ਜਾਣਦੇ ਨਹੀਂ ਹੈਗੇ, ਉਹਨਾਂ ਨੂੰ ਤਾਂ ਛੱਡਣਾ ਚਾਹੁੰਦਾ ਨਹੀਂ ਹੈ, ਪਰ ਇਹ ਕਾਮਨਾ ਕਰਦਾ ਕਿ ਮੇਰੇ ਤੀਰਥ 'ਤੇ ਸਰੀਰ ਛੱਡਣ ਦੇ ਨਾਲ ਸ਼ਾਇਦ ਮੈਨੂੰ ਮੁਕਤੀ ਮਿਲ ਜਾਵੇ, ਪਰ ਇਹ ਵੀ ਸੰਭਵ ਨਹੀਂ ਹੈ। ਸੋਚ ਕਰੈ ਦਿਨ ਔਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਜੇ ਦਿਨ ਰਾਤ ਇਹੀ ਸੋਚਦਾ ਰਹੇ ਕਿ ਮੇਰੀ ਕਿਸੇ ਤਰੀਕੇ ਨਾਲ ਮੈਲ ਨਿਕਲ ਜਾਵੇ ਜਾਂ ਮੇਰੀ ਅਗਿਆਨਤਾ ਦੂਰ ਹੋ ਜਾਊਗੀ, ਇਹ ਵੀ ਸੰਭਵ ਨਹੀਂ ਹੈ, ਕਿਉਂਕਿ ਮਨ ਕੀ ਮੈਲ ਜਿਹੜੀ ਹੋਈ, ਜਿੰਨਾ ਚਿਰ ਆਪਾਂ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ, ਗੁਰਮੁਖੀ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਜਿੰਨਾ ਚਿਰ ਆਪਾਂ ਮਨ ਨੂੰ ਗੁਰਬਾਣੀ ਦੇ ਸ਼ਬਦ ਦੇ ਨਾਲ, ਭਾਵ ਆਪਣਾ ਸੁਭਾਅ ਗੁਰਬਾਣੀ ਦੇ ਸੁਭਾਅ ਦੇ ਨਾਲ ਨਹੀਂ ਮਿਲਾਉਂਦੇ, ਉਹਨਾਂ ਚਿਰ ਇਹ ਮਨ 'ਤੇ ਜਿਹੜੀ ਹੈਗੀ ਆ ਅਤੇ ਤਨ 'ਤੇ ਜਿਹੜੀ ਮੈਲ ਹੈਗੀ ਆ ਇਹ ਜਾ ਨਹੀਂ ਸਕਦੀ। ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਵਿਖਿਆ ਡਰੇ। ਜੇ ਕੋਈ ਇਸ ਦੇਹੀ, ਜਿਵੇਂ ਸਰੀਰ ਦੇ ਦੁਆਰਾ ਬਹੁਤ ਤਰੱਕੀ ਦੀਆਂ ਸਾਧਨਾਵਾਂ, ਜਿਵੇਂ ਯੋਗੀ ਵੀ ਕਰਦੇ ਆ, ਸੰਨਿਆਸੀ ਵੀ ਕਰਦੇ ਆ, ਅਤੇ ਸਿੱਖ ਧਰਮ ਵਿੱਚ ਵੀ ਬਹੁਤ ਜ਼ਿਆਦਾ ਅੱਜ ਕੱਲ੍ਹ ਸਾਧਨਾਵਾਂ ਆ ਗਈਆਂ ਹਨ। ਇਹ ਵੀ ਸਭ ਸਿਮਰ ਸ਼ਾਸਤਰ ਤੋਂ ਹੀ ਪ੍ਰੇਰਿਤ ਹਨ, ਜਾਂ ਇਹਨਾਂ ਕੋਲ ਵੀ ਯੋਗ ਮਾਤੇ ਹੈਗੇ ਆ, ਗੁਰਬਾਣੀ ਦਾ ਉਪਦੇਸ਼ ਨਹੀਂ ਹੈ। ਇਸ ਤਰੀਕੇ ਦੀਆਂ ਜਿਹੜੀਆਂ ਸਾਧਨਾਵਾਂ ਕਰਦੇ ਹਨ, ਪਰ ਮਨ ਤੋਂ ਕਦੇ ਵੀ ਵਿਖਿਆ ਭਾਵ ਮਾਇਆ ਦੀਆਂ ਇੱਛਾਵਾਂ ਤਾਂ ਜਾਂਦੀਆਂ ਨਹੀਂ ਆ, ਅਤੇ ਇਸ ਤਰੀਕੇ ਦੇ ਨਾਲ ਇਹ ਜਿਹੜੀਆਂ ਹੈਗੀਆਂ ਇਹ ਸਾਧਨਾਵਾਂ ਵੀ ਨਿਸਫਲ ਹਨ। ਇਹਨਾਂ ਦੇ ਵਿੱਚ ਵੀ ਕਛੂ ਫਲ ਨਾ ਵਾਲੀ ਗੱਲ ਹੈ ਕਿ ਕੋਈ ਵੀ ਗਿਆਨ ਹੋਣ ਵਾਲਾ ਨਹੀਂ ਹੈ। ਜਲ ਧੋਵੇ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਜਿਵੇਂ ਕਿ ਜਿਹੜੀ ਅਨਿਤ ਹੈ, ਦੇਹ ਅਨਿਤ ਨਾ ਨੇਤਰ ਹੈ, ਭਾਵ ਪੰਜ ਤੱਤਾਂ ਦਾ ਜਿਹੜਾ ਸਰੀਰ ਹੈਗਾ, ਨਹਾਉਣਾ ਤਾਂ ਕੋਈ ਗਲਤ ਨਹੀਂ ਹੈ, ਪਰ ਉਹਨੂੰ ਧਰਮ ਦਾ ਕਰਮ ਸਮਝ ਕੇ ਜਿਹੜਾ ਨਹਾਉਣਾ ਹੈਗਾ ਉਹਨੂੰ ਗੁਰਬਾਣੀ ਨਹੀਂ ਮੰਨਦੀ। ਜਲ ਧੋਵੇ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਕਿ ਭਾਵੇਂ ਜਿੱਦਾਂ ਮਰਜ਼ੀ ਇਹਨੂੰ ਧੋਈ ਚਲੋ, ਪਰ ਇਹ ਕਦੀ ਵੀ ਜਿਹੜੀ ਕੱਚੀ ਪੀਤ, ਕੱਚੀ ਕੰਧ ਹੈ ਜਾਂ ਮਿੱਟੀ ਹੈ, ਇਹ ਕਦੀ ਵੀ ਸ਼ੁੱਧ ਨਹੀਂ ਹੋ ਸਕਦੀ, ਕਿਉਂਕਿ ਜਿੰਨਾ ਚਿਰ ਆਪਣਾ ਮਨ ਨਹੀਂ ਸ਼ੁੱਧ ਹੈਗਾ, ਮਨ ਮੈਲਾ, ਉਹਨਾਂ ਚਿਰ ਸਭ ਕੁਛ, ਕਹਿੰਦੇ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਕਿ ਜਿੰਨਾ ਚਿਰ ਆਪਣਾ ਮਨ ਮੈਲਾ ਹੈਗਾ, ਉਹਨਾਂ ਚਿਰ ਜਿੰਨਾ ਮਰਜ਼ੀ ਸਰੀਰ ਨੂੰ ਆਪਾਂ ਧੋਈ ਜਾਈਏ, ਇਹ ਸੁੱਚਾ ਨਹੀਂ ਹੋ ਪਾਵੇ, ਇਹ ਸੱਚਾ ਨਹੀਂ ਬਣ ਸਕਦਾ ਹੈਗਾ। ਜਿਵੇਂ ਗੁਰਬਾਣੀ ਦਾ ਇੱਕ ਹੋਰ ਬਚਨ ਆਉਂਦਾ ਹੈ ਕਿ ਜਲ ਕੇ ਮਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ, ਫਿਰ ਜੋਨੀ ਪਾਏ। ਭਾਵ ਉਵੇਂ ਤਾਂ ਡੱਡੂ ਵੀ ਰੋਜ਼ ਪਾਣੀ ਵਿੱਚ ਹੀ ਰਹਿੰਦਾ ਹੈ, ਜੇ ਉਹਦੇ ਨਾਲ ਗਤੀ ਹੁੰਦੀ ਤਾਂ ਪਹਿਲਾਂ ਡੱਡੂ ਦੀ ਗਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਉਹ ਜਿਹੜੇ ਜੀਵ ਹਨ, ਜਿਹੜੇ ਧਰਮ ਨੂੰ ਮੰਨਣ ਦਾ ਕਰਮ ਸਮਝਦੇ ਹਨ, ਇਸ ਤਰੀਕੇ ਨਾਲ ਕਰਦੇ ਹਨ, ਉਹ ਡੱਡੂਆਂ ਦੇ ਬਰਾਬਰ ਹਨ, ਉਸ ਤੋਂ ਇਲਾਵਾ ਹੋਰ ਕੁਛ ਨਹੀਂ। ਕਿਉਂਕਿ ਨਹਾਉਣਾ ਸਰੀਰਿਕ ਹਾਈਜੀਨਿਕ ਹੋ ਸਕਦਾ ਹੈ, ਪਰ ਇਹ ਗਿਆਨ ਦੇ ਰਸਤੇ ਵਿੱਚ ਕੋਈ ਬਹੁਤੀ ਇਹਦੇ ਨਾਲ ਲਾਭ ਨਹੀਂ ਹੁੰਦਾ। ਮਨ ਹਰਿ ਕੇ ਨਾਮ ਕੀ ਮਹਿਮਾ ਉੱਚ, ਨਾਨਕ ਨਾਮ ਉਦਰੇ ਪਤਤ ਬਹੁ ਮੁਚ। ਇੱਥੇ ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਮਨ ਜਿਹੜੀ ਹਰ ਦੇ ਗਿਆਨ ਦੀ ਜਿਹੜੀ ਮਹਿਮਾ ਬਹੁਤ ਉੱਚੀ ਹੈਗੀ ਹੈ। ਨਾਨਕ ਜੀ ਕਹਿੰਦੇ ਹਨ ਕਿ ਇਸ ਦੇ ਨਾਮ ਦੇ ਨਾਲ ਹੀ ਬਹੁਤ ਪਤਿਤ ਤੇ ਬਹੁਤ ਮੂਚ ਭਾਵ ਪਤਿਤ, ਜਿਵੇਂ ਭਗਤ ਰਵਿਦਾਸ ਜਾਂ ਭਗਤ ਕਬੀਰ ਜਾਂ ਇਹਨਾਂ ਨੂੰ ਛੋਟੀ ਜਾਤ ਵਾਲੇ ਪਤਿਤ ਮੰਨਦੇ ਹਨ, ਪਰ ਗੁਰਬਾਣੀ ਤਾਂ ਆਤਮਾ ਦੇ ਲੈਵਲ ਦੀ ਗੱਲ ਕਰਦੀ ਹੈ, ਉਹ ਇਹਨਾਂ ਨੂੰ ਪਤਿਤ ਨਹੀਂ ਮੰਨਦੀ। ਅਤੇ ਪਰ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇੱਦਾਂ ਮੰਨਦੇ ਆ, ਉਹ ਵੀ ਬਹੁਤ ਇਸ ਗਿਆਨ ਦੁਆਰਾ ਉੱਚੀ ਤੋਂ ਉੱਚੀ ਅਵਸਥਾ ਪ੍ਰਾਪਤ ਕਰ ਸਕੇ ਹਨ, ਤਾਂ ਤੁਸੀਂ ਵੀ ਕਰ ਸਕਦੇ ਹੋ।
ਇਸ ਕਰਕੇ ਇੱਥੇ ਇਹ ਦੱਸਿਆ ਗਿਆ ਹੈ ਕਿ ਕੋਈ ਵੀ ਜਿਹੜਾ ਗਿਆਨ ਨੂੰ ਨਾਮ ਨੂੰ ਸਮਝ ਲਵੇਗਾ ਤੇ ਗੁਰਬਾਣੀ ਦੇ ਉਪਦੇਸ਼ ਨੂੰ ਪਹਿਲਾਂ ਤੋਂ ਸੁਣ ਲਊਗਾ, ਸੁਣ ਕੇ ਮੰਨ ਲਊਗਾ, ਇਸ ਤੇ ਚੱਲੂਗਾ ਤੇ ਉਹਦੇ ਨਾਲ ਉਹਦਾ ਜਿਹੜਾ ਆਧਾਰ ਹੋ ਸਕਦਾ ਹੈ ਕਿ ਅਨੇਕਾਂ ਹੀ ਇਸ ਗਿਆਨ ਦੁਆਰਾ ਹੀ ਮੁਕਤ ਹੋਏ ਹਨ, ਭਾਵ ਪਰਮ ਗਤੀ ਨੂੰ ਪ੍ਰਾਪਤ ਹੋਏ ਹਨ ਤੇ ਤੁਸੀਂ ਵੀ ਹੋ ਸਕਦੇ ਹੋ। ਬਹੁਤ ਸਿਆਣਪ ਜਮ ਕਾ ਭਉ ਵਿਆਪੇ, ਅਨੇਕ ਯਤਨ ਕਰ ਤ੍ਰਿਸ਼ਨਾ ਨਾ ਤਰਾਪੇ। ਬਹੁਤ ਸਿਆਣਪ, ਜਿੰਨੀਆਂ ਮਰਜ਼ੀ ਆਪਾਂ ਸਿਆਣਪਾਂ ਕਰ ਲਈਏ, ਇਹਦੇ ਨਾਲ ਫਿਰ ਵੀ ਜਿਹੜਾ ਕਾਲ ਦਾ ਡਰ ਹੈਗਾ ਜਾਂ ਜਰਾ ਰੋਗ ਜਿਹੜਾ ਹੈਗਾ ਉਹਨੇ ਤਾਂ ਆਉਣਾ ਹੀ ਹੈਗਾ। ਜਮ ਦਾ ਭਉ ਭਾਵ ਹੁਕਮ ਦਾ ਭਾਵ ਮਰਨ ਦਾ ਭਉ ਲੱਗਿਆ ਰਹਿੰਦਾ ਹੈ ਬੰਦੇ ਨੂੰ ਅਗਿਆਨਤਾ ਕਰਕੇ। ਇਹਨਾਂ ਅਨੇਕ ਯਤਨਾਂ ਦੇ ਨਾਲ ਜਿਹੜੀ ਤ੍ਰਿਸ਼ਨਾ ਹੈਗੀ ਆ ਉਹ ਬੁੱਝ ਨਹੀਂ ਸਕਦੀ, ਭਾਵ ਮਾਇਆ ਦੀਆਂ ਇੱਛਾਵਾਂ ਬੁੱਝ ਨਹੀਂ ਸਕਦੀਆਂ। ਜਿਵੇਂ ਕਿ ਗੁਰਬਾਣੀ ਦਾ ਵਾਕ ਹੈ, ਤ੍ਰਿਸ਼ਨਾ ਕਿਸੇ ਵਿਰਲੇ ਹੀ ਕੀ ਬੁਝੀ ਰਹੇ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਭਾਵ ਦਰਗਹਿ ਨਹੀਂ ਸਜੈ। ਹੁਣ ਅਨੇਕ ਤਰ੍ਹਾਂ ਦੇ ਜਿਵੇਂ ਭੇਖ ਦਿਖਾਵੇ ਜਗਤ ਕੋ, ਲੋਕ ਗੁਣ ਕੋ ਬਸ ਕੀਨ, ਅੰਤ ਕਾਲ ਘਾਤੀ ਕੱਟਿਓ, ਵਾਸ ਨਰਕ ਮੋਹ ਲੀਨ। ਭਾਵ ਜਿਵੇਂ ਅੱਜ ਦੇ ਜਿਹੜੇ ਸੰਤ ਹਨ ਜਾਂ ਹੋਰ ਵੀ ਕਈ ਡਿਫਰੈਂਟ ਧਰਮਾਂ ਦੇ ਵਿੱਚ ਆਪੋ ਆਪਣਾ ਭੇਖ ਹੈਗਾ, ਉਹਦੇ ਨਾਲ ਅਗਨੀ ਜਿਹੜਾ ਹੈਗਾ ਭਾਵ ਮਾਇਆ ਦੀਆਂ ਇੱਛਾਵਾਂ ਨੂੰ ਬੁਝਾਉਣ ਦਾ ਭੇਖ ਹੀ ਹੈ। ਗਿਆਨ ਦੇ ਨਾਲ ਇਹ ਜਿਹੜੀਆਂ ਅਗਨ ਹੈਗੀ ਆ, ਜਿਹੜੀ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਕੇਲਰ ਚ ਜਿਹੜੀ ਅਗਨੀ ਹੈਗੀ ਅੰਦਰੋਂ, ਇਹ ਸਿਰਫ ਗਿਆਨ ਦੇ ਨਾਲ ਬੁਝ ਸਕਦੀ ਹੈ, ਭੇਖ ਦੇ ਨਾਲ ਨਹੀਂ ਬੁਝ ਸਕਦੀ। ਪਰ ਇਹਨਾਂ ਤਰੀਕਾਂ ਦੇ ਨਾਲ ਭੇਖ ਕਰਨ ਦੇ ਨਾਲ ਕੋਈ ਵੀ ਦਰਗੇ ਵਿੱਚ ਮਾਣ ਨਹੀਂ ਪਾ ਸਕਦਾ। ਇਸ ਤਰ੍ਹਾਂ ਕਰੋੜਾਂ ਹੀ ਪਾਪ ਕਰਦੇ ਹਨ ਲੋਕ, ਫਿਰ ਸਾਨੂੰ ਦਰਗਾਹ ਵਿੱਚ ਭਾਵ ਸਾਨੂੰ ਸੱਚ ਦੀ ਸਮਝ ਆ ਚੁੱਕੀ ਆ ਜਾਂ ਨਿਰਾਕਾਰ ਗਿਆਨ ਦਾ ਪਤਾ ਲੱਗ ਜਾਊਗਾ, ਪਰ ਇਸ ਤਰੀਕੇ ਨਾਲ ਕੁਝ ਨਹੀਂ ਹੋਣ ਵਾਲਾ। ਛੂਟ ਸੁਨਾਹੀ ਊਬ ਪਿਆਲ, ਮੋਹ ਵਿਆਪੈ ਮਾਇਆ ਜਾਲ। ਹੁਣ ਇਹਦੇ ਨਾਲ ਜਿਹੜਾ ਕਹਿੰਦੇ ਕਵੀ ਮਨ ਜਾਵੇ ਊਬ ਤੇ ਕਵੀ ਜਾਏ ਪਿਆਲੇ, ਕਦੀ ਮਨ ਇਹ ਬੜੀ ਉੱਚਾ ਚਲਾ ਜਾਂਦਾ, ਕਦੀ ਨੀਵਾਂ ਭਾਵੇਂ ਨੂੰ, ਕਦੀ ਬੜਾ ਸ਼ਾਂਤ ਹੋ ਜਾਂਦਾ, ਕਦੀ ਅਸ਼ਾਂਤ ਹੋ ਜਾਂਦਾ। ਕਿਉਂਕਿ ਇਹਦੇ ਅੰਦਰ ਜਿਵੇਂ ਭਗਤ ਕਬੀਰ ਜੀ ਦਾ ਵਚਨ ਹੈ, ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ। ਕਿਉਂਕਿ ਮਾਇਆ ਵਿੱਚ ਧਿਆਨ ਕਰਕੇ ਜੇ ਕਿਸੇ ਨੇ ਸ਼ੇਅਰ ਬਾਜ਼ਾਰ 'ਚ ਪੈਸੇ ਲਾਏ ਜਾਂ ਕਿਸੇ ਟਰੇਡ 'ਤੇ ਪੈਸੇ ਲਾਏ ਅਤੇ ਜੇ ਉਹਦੇ ਵਿੱਚ ਉਹਦਾ ਰੇਟ ਵੱਧ ਜਾਂਦਾ ਤਾਂ ਉਹ ਖੁਸ਼ ਹੋ ਜਾਂਦਾ, ਅਤੇ ਜੇ ਰੇਟ ਘੱਟ ਜਾਂਦਾ ਤਾਂ ਉਹ ਦੁਖੀ ਹੋ ਜਾਂਦਾ ਹੈ। ਅਤੇ ਇਸੇ ਤਰੀਕੇ ਨਾਲ ਜੇ ਆਪਾਂ ਗਿਆਨ ਸੱਚ ਦੇ ਗਿਆਨ ਨੂੰ ਲੈਂਦੇ ਹਾਂ ਤਾਂ ਉਹਦੇ ਨਾਲ ਖੁਸ਼ੀ ਹੁੰਦੀ ਆ, ਸਦੀਵੀ ਖੁਸ਼ੀ ਹੈ। ਪਰ ਜੇ ਅਗਿਆਨਤਾ ਵਾਲਾ ਗਿਆਨ ਨੂੰ ਆਪਾਂ ਲੈਂਦੇ ਤਾਂ ਥੋੜ੍ਹੀ ਦੇਰ ਦਾ ਸੁੱਖ ਹੁੰਦਾ ਆ। ਅਤੇ ਇਸ ਤਰ੍ਹਾਂ ਹੀ ਜਿਹੜਾ ਮੋਹ ਦੇ ਕਰਕੇ ਇਹ ਸਾਰਾ ਮਾਇਆ ਦਾ ਜਾਲ ਵਿਆਪਿਆ ਹੋਇਆ ਹੈਗਾ, ਚਾਰੇ ਪਾਸੇ ਹੈਗਾ, ਅਤੇ ਜੀਵ ਇਹਦੇ ਵਿੱਚ ਪਿਸ ਕੇ ਮਰ ਰਿਹਾ ਹੈਗਾ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੇ। ਹੁਣ ਤੇ ਇਸ ਚੀਜ਼ ਦਾ ਵਿਖਿਆਨ ਕੀਤਾ ਕਿ ਜਿੰਨੀਆਂ ਮਰਜ਼ੀ ਹੋਰ ਸੰਸਾਰੀ ਕਿਰਿਆਵਾਂ ਹਨ ਕਰੀ ਚਲੋ ਸੰਸਾਰ ਦੇ ਧਾਰਮਿਕ ਕਰਮ, ਪਰ ਜਿਹੜਾ ਜਮ ਨੇ ਦਾ ਡੰਨ ਫਿਰ ਵੀ ਦੇਣਾ ਹੈ। ਭਾਵ ਅਗਿਆਨਤਾ ਨੇ ਤਾਂ ਵੱਧ ਹੀ ਜਾਣਾ, ਅਗਿਆਨਤਾ ਵਧਣ ਦੇ ਨਾਲ ਹੀ ਸਟ੍ਰੈਸ ਜਾਂ ਹੋਰ ਸਾਰੇ ਜਿਹੜੇ ਮਨ ਨੂੰ ਰੋਗ ਲੱਗ ਰਹੇ ਹਨ। ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਕਿਉਂਕਿ ਜਿਹੜੇ ਗੋਬਿੰਦ ਦਾ ਭਜਨ ਹੈ ਭਾਵ ਆਤਮਾ ਦਾ ਗਿਆਨ ਹੈਗਾ, ਉਹਦੇ ਨਾਲ ਹੀ ਸਿਰਫ ਮਨ ਨੂੰ ਸ਼ਾਂਤੀ ਮਿਲਦੀ ਹੈ। ਕਿਉਂਕਿ ਗੁਰਬਾਣੀ ਦਾ ਵਾਕ ਹੈ, ਗਿਆਨ ਕਬਦ ਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਕਿ ਗਿਆਨ ਦਾ ਵੱਧਾ ਹੀ ਮਨ ਰਹਿ ਸਕਦਾ ਹੈ, ਉਸ ਤੋਂ ਬਗੈਰ ਗਿਆਨ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇੱਕ ਹੋਰ ਵਾਕ ਹੈ, ਅਕਲਪਿਤ ਮੁਦਰਾ ਗੁਰ ਗਿਆਨ ਵਿਚਾਰ ਕਥੀਏ ਲਈ। ਭਾਵ ਕਲਪਨਾ ਤੋਂ ਰਹਿਤ ਹੋਣ ਵਾਲੀ ਜਿਹੜੀ ਮੁਦਰਾ ਇੱਕੋ ਇੱਕ ਹੈ ਜਦੋਂ ਆਪਾਂ ਗਿਆਨ ਦੀ ਵਿਚਾਰ ਕਰਦੇ ਹਾਂ। ਇਸ ਲਈ ਗੁਰਬਾਣੀ ਵਿੱਚ ਇਹ ਗੁਰ ਕੀ ਸੇਵਾ ਸ਼ਬਦ ਵਿਚਾਰ ਭਾਵ ਬਹੁਤ ਵਾਰੀ ਆਉਂਦਾ ਹੈ ਕਿ ਸਾਡੀ ਆਪਣੀ ਆਤਮਾ ਦਾ ਭੋਜਨ ਹੈ, ਉਸ ਸ਼ਬਦ ਵਿਚਾਰ ਹੈਗੀ। ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿਜ ਸੁਆਏ। ਜਿਹੜਾ ਹਰ ਕਾ ਨਾਮ ਹੈਗਾ, ਜਿਹੜਾ ਉਹ ਜਪ ਲੈਂਦਾ ਹੈ, ਉਹਦੇ ਦੁੱਖ ਚਲੇ ਜਾਂਦੇ ਹਨ। ਪਰ ਜਦੋਂ ਅੱਜ ਅਸੀਂ ਸੰਸਾਰ ਵਿੱਚ ਨਜ਼ਰ ਮਾਰਦੇ ਹਾਂ, ਜਿੰਨੇ ਵੀ ਆਪਣੇ ਆਪ ਨੂੰ ਨਾਮ ਜਪਣ ਵਾਲੇ ਕਹਿੰਦੇ ਹਨ, ਪਰ ਉਹ ਦੁਖੀ ਨਜ਼ਰ ਕਿਉਂ ਆ ਰਹੇ ਹਨ? ਇਸ ਦਾ ਮਤਲਬ ਹੈ ਕਿ ਜਿਹੜਾ ਸਹੀ ਗੁਰਬਾਣੀ ਵਿੱਚ ਨਾਮ ਦੀ ਗੱਲ ਕੀਤੀ ਗਈ ਹੈ ਜਾਂ ਗਿਆਨ ਦੀ ਗੱਲ ਕੀਤੀ ਹੈ, ਉਪਦੇਸ਼ ਦੀ ਗੱਲ ਕੀਤੀ ਗਈ ਹੈ, ਉਹ ਨਹੀਂ ਜਪ ਰਹੇ, ਇਸ ਕਰਕੇ ਉਹਨਾਂ ਦੇ ਦੁੱਖ ਨਹੀਂ ਜਾ ਰਹੇ। ਪਰ ਜਿਹੜੇ
ਸਹਿਜ ਸੁਭਾਅ ਭਾਵ ਗੁਰਬਾਣੀ ਦਾ ਉਪਦੇਸ਼ ਸੁਣ ਕੇ ਮੰਨ ਕੇ ਉਸ ਨੂੰ ਆਪਣੇ ਮਨ ਤੇ ਲਾਗੂ ਕਰਦੇ ਹਨ। ਜਿਵੇਂ ਕਿ ਗੁਰਬਾਣੀ ਦਾ ਵਾਕ ਹੈ, ਗੁਰਮੁਖੀ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਭਾਵ ਸ਼ਬਦ ਦੀ ਕਸਵੱਟੀ ਤੇ ਲਾ ਕੇ ਦੇਖਦੇ ਹਨ ਕਿ ਜਿਹੜਾ ਆਪਣਾ ਵਿਵਹਾਰ ਹੈ ਰੋਜ਼ਮਰਰਾ ਦੇ ਕੰਮਕਾਰ ਵਿੱਚ ਕਿਤੇ ਆਪਾਂ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਤਾਂ ਨਹੀਂ ਕਰਦੇ। ਜਿਹੜੇ ਇਸ ਤਰ੍ਹਾਂ ਕਰਦੇ ਹਨ ਉਹ ਹਮੇਸ਼ਾ ਹੀ ਵਿਵੇਕ ਬੁੱਧ ਉਹਨਾਂ ਕੋਲ ਹੁੰਦੀ ਹੈ ਤੇ ਉਹ ਸਹਿਜ ਸੁਭਾਅ ਵਿੱਚ ਰਹਿੰਦੇ ਹਨ। ਇਸ ਤਰੀਕੇ ਨਾਲ ਉਹ ਜਨਮ ਮਰਨ ਤੋਂ ਦੂਰ ਹੋ ਜਾਂਦੇ। ਜਿਵੇਂ ਕਿ ਗੁਰਬਾਣੀ ਦਾ ਵਾਕ ਹੈ, ਜਨਮ ਮਰਨ ਦੋਊ ਮੈਂ ਨਾਹੀਂ, ਜਨ ਪਰ ਪੁਕਾਰਿ ਆਏ।